ਸਤਿ ਸ਼੍ਰੀ ਅਕਾਲ। ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕਪੜ ਛਾਣ ਦਾ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਮੈਂ ਹਾਂ ਗਗਨਦੀਪ ਸਿੰਘ ਤੇ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਖਬਰਾਂ ਦਾ ਵਿਸਥਾਰ ਦੇ ਨਾਲ ਕਪੜ ਛਾਣ ਕਰਦੇ ਹਾਂ। ਅੱਜ ਚਰਚਾ ਜਿਹੜੀ ਰਹੇਗੀ ਉਹ ਪੰਜਾਬ ਦੀਆਂ 23 ਸੀਟਾਂ ਦੇ ਉੱਤੇ ਹੋਏਗੀ। ਇਹ ਉਹ 23 ਸੀਟਾਂ ਨੇ ਪੰਜਾਬ ਦੀਆਂ ਜਿਹੜੀ 2022 ਦੀ ਸਰਕਾਰ ਬਣਾਉਣ ਦੇ ਲਈ ਬਹੁਤ ਵੱਡਾ ਯੋਗਦਾਨ ਇਸ ਵਾਰ ਪਾਉਣਗੀਆਂ ਤੇ ਇਹਨਾਂ 23 ਸੀਟਾਂ ਦੇ ਉੱਤੇ ਹਰ ਇੱਕ ਦੀ ਨਜ਼ਰ ਆ। ਬੇਸ਼ੱਕ ਨਵਜੋਤ ਸਿੰਘ ਸਿੱਧੂ ਹੋਣ, ਕੈਪਟਨ ਅਮਰਿੰਦਰ ਸਿੰਘ ਹੋਣ, ਆਮ ਆਦਮੀ ਪਾਰਟੀ ਹੋਵੇ, ਸੁਖਵੀਰ ਸਿੰਘ ਬਾਦਲ ਹੋਵੇ, ਸਭ ਦਾ ਜ਼ੋਰ ਇਹਨਾਂ 23 ਸੀਟਾਂ ਦੇ ਉੱਤੇ ਹੈ ਕਿ ਇਹ 23 ਸੀਟਾਂ ਕਿਵੇਂ ਨਾ ਕਿਵੇਂ ਅਸੀਂ ਆਪਣੇ ਹੱਕ ਦੇ ਵਿੱਚ ਲੈ ਆਈਏ ਤੇ ਇਹ 23 ਸੀਟਾਂ ਕਿਹੜੀਆਂ ਹੋ ਸਕਦੀਆਂ ਨੇ ਤੇ ਕਿਹੋ ਜਿਹਾ ਪ੍ਰਭਾਵ ਇਹਨਾਂ 23 ਦੀਆਂ 23 ਸੀਟਾਂ ਦਾ ਪੰਜਾਬ ਦੀ ਸਿਆਸਤ ਹੈ ਉਹਦਾ ਕਪੜ ਛਾਣ ਵਿਸਥਾਰ ਦੇ ਨਾਲ ਰਹੇਗਾ। ਅੱਜ ਸਭ ਤੋਂ ਪਹਿਲਾਂ ਡਾਲਾ ਸਾਹਿਬ ਦਾ ਸਵਾਗਤ, ਫਿਰ ਇੱਕ ਇੱਕ ਕਰਕੇ ਸਵਾਲਾਂ ਦੇ ਵੱਲ ਪਤਾਂਗੇ। ਡਾਲਾ ਜੀ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਗਗਨ, ਬਹੁਤ ਬਹੁਤ ਧੰਨਵਾਦ। ਡਾਲਾ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ 23 ਸੀਟਾਂ ਦਾ ਜ਼ਿਕਰ ਜਿਹੜਾ ਲਗਾਤਾਰ ਆ ਰਿਹਾ, ਕਿਹੜੀਆਂ 23 ਸੀਟਾਂ ਨੇ? ਦੇਖੋ, ਪੰਜਾਬ 'ਚ ਜਿਹੋ ਜਿਹੇ ਮਰਜ਼ੀ ਸਮੀਕਰਨ 2022 ਲਈ ਬਣ ਜਾਣ, ਆ 23 ਸੀਟਾਂ 'ਚੋਂ ਜਿਹੜਾ ਬਹੁਮਤ ਲੈ ਗਿਆ ਪੰਜਾਬ 'ਚ ਸਰਕਾਰ ਉਸੇ ਧਿਰ ਦੀ ਹੈ। ਗਗਨ, ਇੱਕ ਗੱਲ ਸਮਝਣੀ ਪੈਣੀ ਹੈ, ਇਹ 23 ਸੀਟਾਂ ਇਸ ਵਕਤ ਖੇਤੀ ਕਾਨੂੰਨ ਕਰਕੇ ਜ਼ਿਆਦਾ ਅਹਿਮੀਅਤ ਵਾਲੀਆਂ ਹੋ ਗਈਆਂ ਕਿਉਂਕਿ ਇਹਨਾਂ 23 ਸੀਟਾਂ ਤੇ ਸਾਡੀ ਕਿਸਾਨ ਵੋਟ ਵੀ ਹੈ ਔਰ ਕਿਸਾਨਾਂ ਦਾ ਟਾਕਰਾ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ ਨਾਲ ਪੰਜਾਬ 'ਚ ਬਹੁਤ ਜ਼ਿਆਦਾ ਵਧਿਆ ਹੋਇਆ, ਸਾਨੂੰ ਪਤਾ ਹੈ। ਔਰ ਕਿਸਾਨਾਂ ਨੇ ਤਾਂ ਖੁੱਲ੍ਹੇਆਮ ਵਿਰੋਧ ਕੀਤਾ ਹੋਇਆ ਬੀਜੇਪੀ ਵਾਲਿਆਂ ਦਾ, ਆਪਾਂ ਦੇਖਿਆ। ਬੀਜੇਪੀ ਵਾਲੇ ਮਨਾਉਣ 'ਚ ਨਾਕਾਮਯਾਬ ਹੋਏ ਨੇ। ਜਾਂ ਤਾਂ ਮੋਦੀ ਸਾਹਿਬ ਕਿਸਾਨਾਂ ਨਾਲ ਜੱਫੀ ਪਾ ਲੈਣ ਤਾਂ ਬੀਜੇਪੀ ਦੀ ਜਿਹੜੀ ਇਹ ਕਮਜ਼ੋਰ ਨਸ ਹੈ, ਦੁੱਖ ਦੀ ਨਬਜ਼ ਹੈ ਜਿਹਨੂੰ ਕਹਿੰਦੇ ਆ, ਫਿਰ ਤਾਂ ਇਹਨੂੰ ਥੋੜ੍ਹਾ ਆਰਾਮ ਮਿਲ ਜੂ। ਨਹੀਂ ਤਾਂ 2022 'ਚ ਬੀਜੇਪੀ ਦੀਆਂ ਚੀਸਾਂ ਨਿਕਲਣਗੀਆਂ। ਗਗਨ, ਹੁਣ ਇਹ 23 ਸੀਟਾਂ ਨੂੰ ਲੈ ਕੇ ਸਭ ਤੋਂ ਵੱਡਾ ਜਿਹੜਾ ਕੰਮ ਹੈ, ਜਿਹੜਾ ਪ੍ਰਸ਼ਾਂਤ ਕਿਸ਼ੋਰ ਹੈ, ਕਾਂਗਰਸ ਦਾ ਨਵਾਂ ਪੀਕੇ, ਉਹ ਵੀ ਇਹਨਾਂ 23 ਸੀਟਾਂ ਤੇ ਖਾਸ ਸਰਵੇਖਣ ਕਰਾ ਰਿਹਾ ਗਗਨ, ਜੋ ਮੈਨੂੰ ਪਤਾ ਲੱਗਿਆ। ਉਧਰ ਸੁਖਬੀਰ ਬਾਦਲ ਨੇ ਵੀ ਇਹਨਾਂ 23 ਸੀਟਾਂ ਤੇ ਲੈ ਕੇ ਆਪਣੀ ਵਿਉਂਤਬੰਦੀ ਆਰੰਭਤੀ ਹੈ। 2 ਮੀਟਿੰਗਾਂ ਕਰ ਚੁੱਕਿਆ ਸੁਖਬੀਰ ਬਾਦਲ 23 ਸੀਟਾਂ ਦੇ ਆਗੂਆਂ ਨਾਲ। ਉਹ ਕਿਹਦੇ ਨਾਲ ਕੀਤੀਆਂ ਮੈਂ ਤੁਹਾਨੂੰ ਦੱਸਦਾ। ਹੁਣ ਇਹ 23 ਸੀਟਾਂ ਕਿਹੜੀਆਂ ਨੇ? ਇੱਕ ਤਾਂ ਸਨੀ ਦਿਓਲ, ਆਪਣਾ ਦੇਖੋ, ਪੰਜਾਬ ਦਾ ਕਿਸੇ ਸਮੇਂ ਮਾਣ ਸੀ, ਪੰਜਾਬ ਦਾ ਹੁਣ ਵੀ ਮਾਣ ਹੈ ਪੰਜਾਬ ਦਾ, ਪਰ ਹੁਣ ਐਮਪੀ ਬਣ ਕੇ ਕਿਸਾਨ ਅੰਦੋਲਨ 'ਚ ਦਿਖਿਆ ਨਹੀਂ, ਕਿਸਾਨਾਂ ਦੇ ਨਾਲ ਨਹੀਂ ਖੜਿਆ ਸਨੀ ਦਿਓਲ। ਆਇਆ ਵੀ ਬਹੁਤ ਘੱਟ ਹੈ ਸੀਟ ਜਿੱਤ ਕੇ। ਪਹਿਲਾਂ ਕਹਿੰਦਾ ਸੀ ਮੈਂ ਤਾਂ ਰਹਿਣਾ ਹੀ ਇੱਥੇ, ਧਰਮਿੰਦਰ ਕਹਿੰਦਾ ਸੀ ਇਹ ਤਾਂ ਕੋਠੀ ਇੱਥੇ ਹੀ ਲੈ ਕੇ ਰਹੂ। ਚਲੋ, ਸਨੀ ਦਿਓਲ ਦੀਆਂ ਸੀਟਾਂ ਉਹਦੇ ਲੋਕ ਸਭਾ ਹਲਕਾ ਗੁਰਦਾਸਪੁਰ 'ਚ 9 ਵਿਧਾਨ ਸਭਾ, ਫਿਰ ਪਠਾਨਕੋਟ ਲੈ ਲਓ ਜੀ, ਪਠਾਨਕੋਟ, ਫਿਰ ਗੁਰਦਾਸਪੁਰ ਤੋਂ ਆਪਾਂ ਬਾਹਰ ਆ ਜਾਈਏ ਤਾਂ ਹੁਸ਼ਿਆਰਪੁਰ, ਸੋਮ ਪ੍ਰਕਾਸ਼ ਜਿੱਥੋਂ ਦੇ ਮੰਤਰੀ ਨੇ, ਅੱਜ ਕੱਲ੍ਹ ਉਹਨਾਂ ਨੂੰ ਕਰੋਨਾ ਹੋਇਆ ਭਾਈ, ਅਰਦਾਸ ਕਰੋ ਕਿ ਉਹ ਠੀਕ ਹੋ ਜਾਣ ਜਲਦ। ਮੋਹਾਲੀ ਦੇ ਇੱਕ ਹਸਪਤਾਲ 'ਚ ਦਾਖਲ ਨੇ, ਉਮਰ ਸਿਆਣੀ ਹੈ ਸੋਮ ਪ੍ਰਕਾਸ਼ ਦੀ ਵੀ। ਕਿਸਾਨਾਂ ਨਾਲ ਸਮਝੌਤਾ ਨਹੀਂ ਕਰਾ ਸਕੇ ਮੋਦੀ ਸਾਹਿਬ ਦੇ ਨਾਲ। ਮੀਟਿੰਗਾਂ 'ਚ ਦਿਖਦੇ ਸੀ ਸੋਮ ਪ੍ਰਕਾਸ਼, ਮੀਟਿੰਗਾਂ 'ਚ ਦਿਖਦੇ ਸੀ। ਔਰ ਫਗਵਾੜੇ ਵਾਲਾ ਇਲਾਕਾ ਇਹ ਹੁਸ਼ਿਆਰਪੁਰ ਦੀ ਲੋਕ ਸਭਾ ਸੀਟ 'ਚ ਆ ਜਾਂਦਾ ਗਗਨ। ਫਿਰ ਅੰਮ੍ਰਿਤਸਰ ਤੇ ਤਰਨਤਾਰਨ ਦਾ ਇਲਾਕਾ ਵੀ ਹੈ, ਇੱਧਰਲੇ ਪਾਸੇ ਵੀ। ਸੋ ਇਹ ਇੱਕ ਤਰੀਕੇ ਨਾਲ ਗੜ੍ਹ ਹੈ ਭਾਰਤੀ ਜਨਤਾ ਪਾਰਟੀ ਦਾ। ਔਰ ਇਸ ਤੋਂ ਇਲਾਵਾ ਅਬੋਹਰ ਵਾਲੇ ਐਮਐਲਏ, ਤੁਹਾਨੂੰ ਪਤਾ ਹੀ ਹੈ, ਜਿੱਥੋਂ ਸੁਨੀਲ ਜਾਖੜ ਨੂੰ ਹਰਾਇਆ ਸੀ ਅਬੋਹਰ ਵਾਲੇ ਐਮਐਲਏ ਨੇ, ਪਿੱਛੇ ਜੇ ਉਹਨਾਂ ਨਾਲ ਕਾਂਡ ਹੋ ਗਿਆ ਸੀ ਇੱਕ, ਜਦੋਂ ਉਹ ਪ੍ਰੋਟੈਸਟ ਕਰ ਰਹੇ ਸੀਗੇ ਕਿਸਾਨ, ਤੇ ਅਬੋਹਰ ਵਾਲੇ ਐਮਐਲਏ ਨੇ ਵੀ ਪ੍ਰੈਸ ਕਾਨਫਰੰਸ ਕਰਨੀ ਸੀ, ਤੇ ਉਦੋਂ ਤੁਹਾਨੂੰ ਪਤਾ ਹੀ ਹੈ ਕਿ ਕੱਪੜੇ ਪਾੜੂ ਕਾਂਡ ਹੋ ਗਿਆ ਸੀ ਉਹਨਾਂ ਦਾ। ਅਸੀਂ ਨਿਖੇਧੀ ਕਰਦੇ ਹਾਂ, ਅਜਿਹਾ ਨਹੀਂ ਹੋਣਾ ਚਾਹੀਦਾ ਡੈਮੋਕ੍ਰੇਸੀ ਦੇ ਵਿੱਚ। ਉਧਰ ਫਾਜ਼ਿਲਕਾ, ਫਿਰੋਜ਼ਪੁਰ, ਉਧਰ ਵੀ ਬੀਜੇਪੀ ਦਾ ਜਿਹੜਾ ਹੈਗਾ ਆਧਾਰ ਹੈ। ਸੋ ਕੁੱਲ 23 ਸੀਟਾਂ ਨੇ ਬੀਜੇਪੀ ਕੋਲੇ ਪੰਜਾਬ 'ਚ। ਸਨਅਤੀ ਕੇਂਦਰ ਲੁਧਿਆਣੇ 'ਚ ਆ ਜਾਈਏ, ਇੱਥੇ ਵੀ ਬੀਜੇਪੀ 1-2 ਸੀਟ ਜਿੱਤ ਜਾਂਦੀ ਸੀ। ਇੱਕ ਤਾਂ ਉੱਤਰੀ ਸੀਟ ਇੱਕ ਅੱਧੀ ਵਾਰੀ ਭਾਰਤੀ ਜਨਤਾ ਪਾਰਟੀ ਨੇ ਜਿੱਤੀ ਹੈ। ਸਤਪਾਲ ਗੁਸਾਈ ਸੀਗੀ, ਉਹ ਲੁਧਿਆਣੇ 'ਚ ਇੱਕ ਸੀਟ ਹੈ, ਸ਼ਹਿਰੀ ਸੀਟ, ਉਹ ਸਤਪਾਲ ਗੁਸਾਈ ਜਿੱਤਦੇ ਰਹੇ ਨੇ ਕਈ ਵਾਰ ਗਗਨ। ਹੁਣ ਸਤਪਾਲ ਗੁਸਾਈ ਵੀ ਚਲੋ ਦੁਨੀਆ ਤੋਂ ਚਲੇ ਗਏ, ਸਾਬਕਾ ਡਿਪਟੀ ਸਪੀਕਰ, ਸਾਬਕਾ ਸਿਹਤ ਮੰਤਰੀ। ਸੋ 23 ਸੀਟਾਂ ਨੇ ਬੀਜੇਪੀ ਵਾਲੀਆਂ। ਉਹ 23 ਸੀਟਾਂ ਤੇ ਬੀਜੇਪੀ ਦੇ ਬਹੁ ਗਿਣਤੀ ਜਿਹੜੇ ਨੇ ਸਪੋਰਟਰ ਨੇ। ਪਰ ਜਦੋਂ ਦਾ ਇਹ ਕਿਸਾਨ ਅੰਦੋਲਨ ਆਇਆ, ਉੱਥੋਂ ਦੀ ਜਿਹੜੀ ਕਿਸਾਨੀ ਵੋਟ ਸੀ, ਕਿਉਂਕਿ ਪਹਿਲਾਂ ਬੀਜੇਪੀ ਤੇ ਅਕਾਲੀ ਇਕੱਠੇ ਸੀ, 9 ਮਾਸ ਦਾ ਰਿਸ਼ਤਾ ਸੀ, ਆਪਾਂ ਨੂੰ ਪਤਾ ਜੀ। ਹੁਣ ਇਹ ਨਹੀਂ ਪਤਾ ਦੋਨਾਂ 'ਚੋਂ 9 ਕਿਹੜਾ ਮਾਸ ਕਿਹੜਾ, ਪਰ ਦੋਨੋਂ ਵੱਖਰੇ ਨੇ। ਹੁਣ ਉੱਥੇ ਅਕਾਲੀ ਵੋਟ ਹੈ ਜਿਹੜੀ, ਉਹ ਬੀਜੇਪੀ ਨੂੰ ਪੈ ਜਾਂਦੀ ਸੀ ਕਿਉਂਕਿ ਰਿਸ਼ਤਾ ਸੀ ਗੱਠਜੋੜ ਦਾ। ਹੁਣ ਉਹ ਅਕਾਲੀ ਵੋਟ ਬੀਜੇਪੀ ਨੂੰ ਨਹੀਂ ਪੈਣੀ, ਤੇ ਜਿਹੜੀ ਬੀਜੇਪੀ ਵਾਲੀ ਵੋਟ, ਉਹ ਬੀਜੇਪੀ ਵਾਲੀ ਵੋਟ ਉੱਥੇ ਇਹ ਮੰਨਿਆ ਜਾਂਦਾ ਸੀ ਕਿ ਇਹ ਬੀਜੇਪੀ ਬਹੁ ਗਿਣਤੀ ਵਾਲੇ ਇਲਾਕੇ ਨੇ 23 ਸੀਟਾਂ ਦੇ। ਹੁਣ ਬੀਜੇਪੀ ਨੂੰ ਵੋਟ ਪੈਂਦੀ ਸੀ ਕਿਸਾਨਾਂ ਦੀ ਵੀ, ਕਿਉਂਕਿ ਬਹੁਤ ਵੱਡੀ ਗਿਣਤੀ 'ਚ ਸਾਡੇ ਕਿਸਾਨ ਵੀ ਸੀ ਜਿਹੜੇ ਨਰਿੰਦਰ ਮੋਦੀ ਉਹਨਾਂ ਦੀਆਂ ਨੀਤੀਆਂ ਨੂੰ ਪਸੰਦ ਕਰਦੇ ਸੀ। ਇਹਨਾਂ 23 ਸੀਟਾਂ ਤੇ ਕਈ ਲੋਕ ਜਿਹੜੇ ਅਕਾਲੀ ਦਲ ਨੂੰ ਪਸੰਦ ਨਹੀਂ ਸੀ ਕਰਦੇ, ਉਹ ਮੋਦੀ ਸਾਹਿਬ ਕਰਕੇ ਵੋਟ ਪਾ ਦਿੰਦੇ ਸੀ, ਵਾਜਪਾਈ ਸਾਹਿਬ ਕਰਕੇ ਵੋਟ ਪਾ ਦਿੰਦੇ ਸੀ। ਹੁਣ ਅਕਾਲੀ ਤੇ ਬੀਜੇਪੀ ਹੋ ਗਏ ਇਹਨਾਂ 23 ਸੀਟਾਂ ਤੋਂ ਗਗਨ ਵੱਖਰੇ।
ਹੁਣ ਸੁਖਬੀਰ ਬਾਦਲ ਨੇ ਪਹਿਲਾਂ ਤਾਂ ਕੀ ਦਾ ਖੇਡਿਆ ਸਿਆਸੀ। ਸੁਖਬੀਰ ਬਾਦਲ ਨੇ ਦੇਖਿਆ ਵੀ ਬੀਜੇਪੀ ਦੇ ਉਹ ਕਿਹੜੇ ਲੀਡਰ ਨੇ ਜਿਹੜੇ ਬੀਜੇਪੀ ਤੋਂ ਨਾਰਾਜ਼ ਨੇ, ਉਹਨਾਂ ਨਾਲ ਤਾਲਮੇਲ ਬਣਾਇਆ ਜਾ ਰਿਹਾ ਹੈ। ਔਰ ਅਕਾਲੀ ਦਲ ਦੇ ਉਹ ਕਿਹੜੇ ਲੀਡਰ ਨੇ ਜਿਨ੍ਹਾਂ ਦਾ ਬੀਜੇਪੀ ਦੀਆਂ ਇਹਨਾਂ ਸੀਟਾਂ ਤੇ, ਜਿਹੜੀਆਂ ਬੀਜੇਪੀ ਦੀਆਂ 23 ਸੀਟਾਂ ਨੇ ਨਾ, ਇਹਨਾਂ ਨੂੰ ਹਿੰਦੂ ਭਾਈਚਾਰੇ ਦੀ ਬਹੁ ਗਿਣਤੀ ਵਾਲੀਆਂ ਸੀਟਾਂ ਮੰਨਿਆ ਜਾਂਦਾ ਹੈ। ਹੁਣ ਸੁਖਬੀਰ ਉੱਥੇ ਹਿੰਦੂ ਭਾਈਚਾਰੇ ਦੇ ਜਿਹੜੇ ਹੋਰ ਲੀਡਰ ਨੇ ਉਹਨਾਂ ਨੂੰ ਲੱਭ ਰਿਹਾ, ਜਿਹੜੇ ਹੋਰ ਚੰਗੇ ਕੱਦ ਦੇ ਨੇ, ਭਾਵੇਂ ਬੀਜੇਪੀ 'ਚ ਹੈਗੇ ਨੇ ਭਾਵੇਂ ਨਹੀਂ ਹੈਗੇ। ਕਈ ਬੀਜੇਪੀ ਛੱਡਣ ਵਾਲੇ ਵੀ ਹੋਣਗੇ। ਕਿਸਾਨ ਅੰਦੋਲਨ ਨਾਲ ਜਦੋਂ ਦਾ ਭਾਰਤੀ ਜਨਤਾ ਪਾਰਟੀ ਦਾ ਸਿਆਸੀ ਪੰਗਾ ਪਿਆ, ਬਹੁਤ ਸਾਰੇ ਲੀਡਰਾਂ ਨੇ ਬੀਜੇਪੀ ਵੀ ਛੱਡੀ ਹੈ ਪੰਜਾਬ 'ਚ। ਔਰ ਇਹਨਾਂ 23 ਸੀਟਾਂ ਤੇ ਬੀਜੇਪੀ ਦੇ ਕਈ ਲੀਡਰ ਨੇ ਦੂਸਰੀ ਕਤਾਰ ਦੇ, ਜਿਨ੍ਹਾਂ ਨੂੰ ਬੀਜੇਪੀ ਤੋਂ ਟਿਕਟ ਨਹੀਂ ਸੀ ਮਿਲਦੀ, ਉਹ ਅਕਾਲੀ ਦਲ 'ਚ ਜਾ ਸਕਦੇ ਨੇ। ਹੁਣ ਸੁਖਬੀਰ ਬਾਦਲ ਗਗਨ 2 ਮੀਟਿੰਗਾਂ ਕਰ ਚੁੱਕਿਆ ਹੈ। ਇੱਕ ਮੀਟਿੰਗ ਦੇ ਵਿੱਚ ਪਿੱਛੇ ਦੇ ਜੀਰਕਪੁਰ 'ਚ ਵੀ ਕਹਿੰਦੇ ਇੱਕ ਮੀਟਿੰਗ ਕੀਤੀ, ਐਨ.ਕੇ. ਸ਼ਰਮਾ ਵੀ ਸੀ ਉੱਥੇ। ਸੋ ਸਾਰੀਆਂ 23 ਸੀਟਾਂ ਤੇ ਜਿਹੜੇ ਹਿੰਦੂ ਲੀਡਰ ਸੀ, ਭਾਵੇਂ ਉਹ ਸਾਬਕਾ ਬੀਜੇਪੀ ਵਾਲੇ ਆ, ਭਾਵੇਂ ਉਹ ਬੀਜੇਪੀ ਦੇ ਦੂਜੀ ਕਤਾਰ ਦੇ ਕੁਝ ਲੀਡਰ ਨੇ ਜਿਹੜੇ ਨਾਰਾਜ਼ ਨੇ ਬੀਜੇਪੀ ਤੋਂ, ਭਾਵੇਂ ਗੈਰ ਬੀਜੇਪੀ ਦੇ ਚਿਹਰੇ ਨੇ, ਭਾਵੇਂ ਉਹ ਅਕਾਲੀ ਦਲ ਦੇ ਹਿੰਦੂ ਚਿਹਰੇ ਨੇ, ਉਹਨਾਂ ਸਾਰਿਆਂ ਦੀ ਮੀਟਿੰਗ ਹੋਈ ਹੈ। ਕਹਿੰਦੇ 7-8 ਘੰਟੇ ਸੁਖਬੀਰ ਬਾਦਲ ਨੇ ਮੀਟਿੰਗ ਕੀਤੀ ਹੈ ਔਰ ਖੁੱਲ੍ਹ ਕੇ ਸੁਖਬੀਰ ਬਾਦਲ ਨੇ ਸੁਝਾਅ ਮੰਗੇ ਨੇ ਵੀ ਮੇਰੇ ਤੋਂ ਸੰਗਣਾ ਨਹੀਂ, ਜਿਹੜਾ ਮਰਜ਼ੀ ਮੈਨੂੰ ਸੁਝਾਅ ਦਿਓ, ਆਪਾਂ ਉਹ ਸੀਟਾਂ ਕਿਵੇਂ ਜਿੱਤੀਏ। ਹੁਣ ਸੁਖਬੀਰ ਨੂੰ ਇਹ ਲੱਗਦਾ ਹੈ ਵੀ ਸਰਕਾਰ ਸਾਡੀ ਬਣਨੀ ਆ, ਬਾਕੀ ਸੀਟਾਂ ਤੇ ਤਾਂ ਅਸੀਂ ਬਾਜੀ ਮਾਰ ਲਾਂਗੇ, ਇਹਨਾਂ 23 ਸੀਟਾਂ ਤੇ ਅਸੀਂ ਆਪਣੇ ਉਮੀਦਵਾਰ ਖੜੇ ਕਰਨੇ ਨੇ। ਦੇਖੋ ਮੁਕਾਬਲਾ ਤਾਂ ਫਿਰ 4 ਕੋਣੀ ਹੋ ਗਿਆ ਗਗਨ। ਬੀਜੇਪੀ ਆਪਣਾ ਉਮੀਦਵਾਰ ਖੜਾ ਕਰੂ, ਅਕਾਲੀ ਦਲ ਆਪਣਾ ਖੜਾ ਕਰੂ, ਕਾਂਗਰਸ ਆਪਣਾ ਖੜਾ ਕਰੂ, ਆਮ ਆਦਮੀ ਪਾਰਟੀ ਵਾਲੇ ਆਪਣਾ ਖੜਾ ਕਰਨਗੇ, ਫਿਰ ਉਧਰ ਟਕਸਾਲੀ ਵੀ ਨੇ, ਢੀਂਡਸਾ ਸਾਹਿਬ ਵੀ ਨੇ, ਹੋਰ ਕਈ ਨੇ। ਹੁਣ ਇਹ ਸੀਟਾਂ ਤੇ ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਵੀ ਹਰਮਨ ਪਿਆਰਤ ਹੈ, ਜਦੋਂ ਬੀਜੇਪੀ ਇਹਨਾਂ 23 ਸੀਟਾਂ ਤੇ ਬਹੁਤ ਵੱਡੀਆਂ ਜਿੱਤਾਂ ਹਾਸਲ ਕਰਦੀ ਰਹੀ ਹੈ ਗਗਨ, ਨਵਜੋਤ ਸਿੰਘ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਸੀ। ਔਰ ਇਹਨਾਂ 23 ਸੀਟਾਂ ਤੇ ਬਹੁਤ ਸਾਰੇ ਲੀਡਰ ਨੇ ਜਿਨ੍ਹਾਂ ਨਾਲ ਨਵਜੋਤ ਸਿੰਘ ਸਿੱਧੂ ਦਾ ਸਿੱਧਾ ਰਾਬਤਾ ਹੈ। ਔਰ ਮੈਨੂੰ ਇਹ ਵੀ ਪਤਾ ਲੱਗਿਆ ਜਦੋਂ ਦਾ ਬੀਜੇਪੀ ਤੇ ਅਕਾਲੀ ਦਲ ਦਾ 9 ਮਾਸ ਦਾ ਰਿਸ਼ਤਾ ਟੁੱਟਿਆ, ਇਹ 23 ਸੀਟਾਂ ਤੇ ਬਹੁਤ ਸਾਰੇ ਜਿਹੜੇ ਲੀਡਰ ਨੇ ਹੈ ਗਗਨ, ਉਹ ਨਵਜੋਤ ਸਿੰਘ ਸਿੱਧੂ ਨਾਲ ਵੀ ਸੰਪਰਕ 'ਚ ਨੇ। ਹੁਣ ਦੇਖੋ ਗਣਿਤ ਸਿਆਸਤ ਦਾ ਪੰਜਾਬ 'ਚ ਨਵੀਂ ਤਰ੍ਹਾਂ ਦਾ ਆ ਗਿਆ। ਹੁਣ ਇਹ ਗੱਲਾਂ ਨਾ ਤਾਂ ਸਿੱਧੂ ਦੱਸਦਾ ਵੀ ਉੱਥੋਂ ਦੇ ਲੀਡਰ ਵੀ ਮੇਰੇ ਨਾਲ ਸੰਪਰਕ 'ਚ ਹੈ, ਨਾ ਉੱਥੋਂ ਦੇ ਲੀਡਰ ਦੱਸਦੇ ਨੇ ਵੀ ਅਸੀਂ ਵੀ ਸਿੱਧੂ ਨਾਲ ਸੰਪਰਕ 'ਚ ਹਾਂ। ਇਹ ਤਾਂ ਹੁਣ ਜਿਹੜੀਆਂ ਸਾਡੀਆਂ ਵੱਖ-ਵੱਖ ਸਰਕਾਰੀ ਏਜੰਸੀਆਂ ਨੇ, ਚੌਕਸੀ ਏਜੰਸੀਆਂ, ਉਹਨਾਂ ਦੀ ਚੌਕਸੀ ਤੇ ਨਿਰਭਰ ਕਰਦਾ ਵੀ ਕਿੰਨਾ ਕੁ ਆਪਸ 'ਚ ਸੰਪਰਕ ਨੇ। ਬਿਲਕੁਲ, ਪਰ ਇਹ ਸੰਪਰਕ 'ਚ ਨੇ। ਹੁਣ ਉਹ ਲੀਡਰ ਜਿਹੜੇ ਕਈ ਨਾਰਾਜ਼ ਨੇ ਬੀਜੇਪੀ ਤੋਂ, ਕਈ ਉੱਥੇ ਉੱਭਰਦੇ ਲੀਡਰ ਨੇ, ਉਹ ਨਵਜੋਤ ਸਿੰਘ ਸਿੱਧੂ ਦੇ ਅਗਲੇ ਰੁਖ ਨੂੰ ਵੀ ਦੇਖ ਰਹੇ ਨੇ। ਦੂਜੇ ਪਾਸੇ ਕਈ ਲੀਡਰ ਨੇ ਉਹ ਅਕਾਲੀ ਦਲ ਦੇ ਸੁਖਬੀਰ ਬਾਦਲ ਦੇ ਰੁਖ ਨੂੰ ਵੀ ਦੇਖ ਰਹੇ ਨੇ। ਸੁਖਬੀਰ ਬਾਦਲ ਦੀ ਮੀਟਿੰਗ 'ਚ ਹੈ ਗਗਨ ਕਹਿੰਦੇ 30 ਤੋਂ ਵੱਧ ਲੀਡਰ, 40 ਤੋਂ ਵੱਧ ਲੀਡਰ ਇਕੱਠੇ ਹੋਏ ਸੀ, ਹੈ ਗਗਨ। ਬਿਲਕੁਲ ਉਦੋਂ ਔਰ ਇਹ ਮੀਟਿੰਗ, ਇਹ ਵੀ ਕਈ ਲੋਕ ਨੇ ਜਿਹੜੇ ਉਹ ਕਹਿੰਦੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵੀ ਇਕੱਠੇ ਹੋਏ। ਜੋ ਸੂਤਰਾਂ ਤੋਂ ਪਤਾ ਲੱਗਿਆ, ਦੇਖੋ ਮੀਟਿੰਗ ਦੀ ਅੰਦਰਲੀ ਗੱਲ ਹੈ, ਨਾ ਤਾਂ ਇਹਦੀ ਫੋਟੋ ਬਾਹਰ ਆਉਣ ਦਿੱਤੀ ਗਈ ਹੈ, ਨਾ ਇਹਦੀ ਕੋਈ ਵੀਡੀਓ ਨਸ਼ਰ ਹੋਈ ਹੈ। ਸੋ ਇਹ ਪਾਰਟੀ ਦੀਆਂ ਜਿਹੜੀਆਂ ਗੁਪਤ ਮੀਟਿੰਗਾਂ ਹੁੰਦੀਆਂ ਨੇ, ਜਿਵੇਂ ਮੋਦੀ ਸਾਹਿਬ ਨੇ ਉਦੋਂ ਕਿਹਾ, ਕੇਜਰੀਵਾਲ ਨੇ ਜਦੋਂ ਮਾਫੀ ਮੰਗੀ, ਮੋਦੀ ਸਾਹਿਬ ਨੇ ਕਿਹਾ ਵੀ ਇਹ ਆਪਣੇ ਮੁੱਖ ਮੰਤਰੀਆਂ ਦੀ ਔਰ ਪ੍ਰਧਾਨ ਮੰਤਰੀਆਂ ਦੀ ਇਹ ਦਫ਼ਤਰੀ ਮੀਟਿੰਗ ਹੈ, ਇਹ ਮੀਟਿੰਗ ਦਾ ਸਿੱਧਾ ਪ੍ਰਸਾਰਣ ਅਨੁਚਿਤ ਹੈ ਜੀ। ਤੇ ਕੇਜਰੀਵਾਲ ਸਾਹਿਬ ਨੇ ਮਿੰਟ ਲਾਇਆ, ਦੇਖੋ ਨਾਲ ਹੀ ਮਾਫੀ ਮੰਗ ਲਈ ਵੀ ਮੈਂ ਇਹਨੂੰ ਲਾਈਵ ਕਰਤਾ, ਮੈਂ ਗਲਤੀ ਮੰਨਦਾ। ਕੇਜਰੀਵਾਲ ਦੀ ਖਾਸੀਅਤ ਵੀ ਹੈ ਕਿ ਮਾਫੀ ਮੰਗਣ ਨੂੰ ਵੀ ਮਿੰਟ ਲਾਉਂਦਾ ਤੇ ਇਲਜ਼ਾਮ ਲਾਉਣ ਨੂੰ ਵੀ ਮਿੰਟ ਲਾਉਂਦਾ ਕੇਜਰੀਵਾਲ। ਇਹ ਖਾਸੀਅਤ ਹੈ ਕੇਜਰੀਵਾਲ ਦੀ। ਹੁਣ ਪਰ ਇਹ ਮੀਟਿੰਗਾਂ ਬਾਕੀ ਪੋਲੀਟੀਕਲ ਪਾਰਟੀਆਂ ਦੇ ਲੀਡਰ ਬਾਹਰ ਨਹੀਂ ਆਉਣ ਦਿੰਦੇ ਗਗਨ। ਹੁਣ ਇਹ ਮੀਟਿੰਗ 'ਚ ਸੁਖਬੀਰ ਬਾਦਲ ਨੇ ਉਹਨਾਂ ਤੋਂ ਪੁੱਛਿਆ ਵੀ ਆਪਾਂ ਕਿਵੇਂ, ਆਪਾਂ ਅਕਾਲੀ ਦਲ ਉੱਥੇ ਮਜ਼ਬੂਤ ਹੋ ਸਕਦੇ, ਆਪਾਂ ਬੀਜੇਪੀ ਨੂੰ ਹਰਾਉਣਾ ਹੈ ਤੇ ਕਾਂਗਰਸ ਨੂੰ ਹਰਾਉਣਾ ਹੈ। ਹੁਣ ਬਹੁਤ ਸਾਰੇ ਲੀਡਰਾਂ ਨੇ ਸੁਝਾਅ ਦਿੱਤੇ ਵੀ ਸੁਖਬੀਰ ਬਾਦਲ ਜੀ, ਤੁਸੀਂ ਜਦੋਂ ਅਕਾਲੀ ਬੀਜੇਪੀ ਨਾਲ 9 ਮਾਸ ਦਾ ਰਿਸ਼ਤਾ ਸੀ ਜੀ, ਉਦੋਂ ਤੁਸੀਂ ਘੱਟ ਸਰਗਰਮ ਰਹੇ ਹੋ ਤੇ ਤੁਸੀਂ ਸਾਰੀ ਜ਼ਿੰਮੇਵਾਰੀ ਬੀਜੇਪੀ ਤੇ ਛੱਡ ਦਿੰਦੇ ਸੀ। ਉਹ ਲੀਡਰਾਂ ਨੇ ਖੁੱਲ੍ਹ ਕੇ ਕਿਹਾ। ਹੁਣ ਉਹ ਸੁਖਬੀਰ ਬਾਦਲ ਨੂੰ ਕਹਿੰਦੇ ਵੀ ਤੁਸੀਂ ਇਹਨਾਂ 23 ਸੀਟਾਂ ਤੇ ਲੋਕਾਂ ਦੇ ਦੁੱਖ ਸੁੱਖ 'ਚ ਸ਼ਾਮਲ ਹੋਵੋ, ਤੇ ਸੁਖਬੀਰ ਨੇ ਹਾਮੀ ਭਰੀ ਵੀ ਮੈਂ ਹਰ ਦੁੱਖ ਸੁੱਖ 'ਚ ਇਹਨਾਂ 23 ਸੀਟਾਂ ਤੇ ਸ਼ਾਮਲ ਹੋਊਂਗਾ। ਆ ਕੋਵਿਡ ਖਤਮ ਹੋ ਜਾਏ, ਤੁਸੀਂ ਰੱਖੋ ਰੈਲੀਆਂ, ਪ੍ਰੋਗਰਾਮ, ਹੈ ਜੀ, ਕਿਸੇ ਵੀ ਤਰ੍ਹਾਂ ਦੀਆਂ ਮੀਟਿੰਗਾਂ ਰੱਖੋ, ਕਿਸੇ ਦਾ ਜਨਮ ਦਿਨ ਆ ਉਹ ਮਨਾਓ, ਮੈਂ ਉੱਥੇ ਆਊਂਗਾ, ਹਰ ਖੁਸ਼ੀ ਗਮੀ 'ਚ ਮੈਂ ਖੜੂੰਗਾ ਜਾ ਕੇ। ਦੇਖੋ ਇਹ ਤਾਂ ਖਾਸੀਅਤ ਹੈ ਅਕਾਲੀ ਦਲ ਦੀ। ਅਕਾਲੀ ਦਲ ਵਾਲੇ ਹਟਦੇ ਨਹੀਂ, ਰੈਲੀਆਂ ਕਰਨੋਂ ਵੀ ਨਹੀਂ ਹਟਦੇ। ਉਹ ਤਾਂ ਕੈਪਟਨ ਅਮਰਿੰਦਰ ਨੇ ਪਾਬੰਦੀ ਲਾਤੀ ਤਾਂ ਰੁਕ ਗਏ, ਨਹੀਂ ਤਾਂ ਸੁਖਬੀਰ ਨੇ ਇਹਨਾਂ 23 ਸੀਟਾਂ 'ਤੇ ਵੀ ਰੈਲੀਆਂ ਕਰ ਦੇਣੀਆਂ ਸੀ। ਬਿਲਕੁਲ, ਅਕਾਲੀ ਦਲ ਦੀ ਇਹ ਖਾਸੀਅਤ ਹੈ, ਰੈਲੀਆਂ ਕਰਨ ਤੋਂ ਪਿੱਛੇ ਨਹੀਂ ਹਟਦਾ ਅਕਾਲੀ ਦਲ। ਬੇਅਦਬੀ ਦਾ ਜਦੋਂ ਮਾਮਲੇ ਪੰਜਾਬ 'ਚ ਹੋਏ, ਅਕਾਲੀ ਦਲ ਦੇ ਖਿਲਾਫ ਐਡਾ ਮਾਹੌਲ ਬਣਿਆ, ਉਦੋਂ ਵੀ ਅਕਾਲੀ ਦਲ ਨੇ ਸਮਾਜਿਕ ਬਰਾਬਰਤਾ ਦੇ ਲਈ ਰੈਲੀਆਂ ਕੀਤੀਆਂ ਸੀ। ਬਿਲਕੁਲ, ਵੀ ਇਸ ਮਸਲੇ ਤੇ ਸਿਆਸਤ ਨਾ ਕਰੋ।
ਵੀ ਪੰਜਾਬ 'ਚ ਆਪਸੀ ਏਕਤਾ ਵਾਲੀਆਂ ਅਸੀਂ ਰੈਲੀਆਂ ਕਰਾਂਗੇ। ਸੋ ਰੈਲੀਆਂ ਕਰਦੇ ਨੇ ਅਕਾਲੀ ਦਲ ਵਾਲੇ। ਹੁਣ ਜਦੋਂ ਕੋਵਿਡ ਦੀਆਂ ਬੰਦਿਸ਼ਾਂ ਖਤਮ ਹੋ ਗਈਆਂ, ਕੋਵਿਡ ਖਤਮ ਹੋ ਗਿਆ ਪੰਜਾਬ 'ਚ, ਗਗਨ ਮੈਨੂੰ ਪੂਰੀ ਸੰਭਾਵਨਾ ਹੈ ਕਿ ਫਿਰ ਸੁਖਬੀਰ ਬਾਦਲ ਇਹਨਾਂ 23 ਹਲਕਿਆਂ 'ਚ ਨਾ ਕੇਵਲ ਰੈਲੀਆਂ ਕਰਨਗੇ, ਬਲਕਿ ਪੂਰਾ ਜ਼ੋਰ ਇਹਨਾਂ 23 ਸੀਟਾਂ ਤੇ ਸੁਖਬੀਰ ਬਾਦਲ ਨੇ ਲਾਉਣਾ ਹੈ। ਹੁਣ ਸੁਖਬੀਰ ਬਾਦਲ ਦੇ ਜ਼ੋਰ ਦਾ ਵੀ ਕਈ ਤਰੀਕੇ 'ਚ ਇੱਥੇ ਫਰਕ ਸਾਨੂੰ ਦੇਖਣ ਨੂੰ ਮਿਲਣਾ ਗਗਨ ਜੀ, ਕਈ ਰੂਪ 'ਚ। ਹੁਣ ਤੱਕ ਜਿਹੜੀ ਉੱਥੇ ਵੋਟ ਸੀ ਬੀਜੇਪੀ ਨੂੰ ਜਿਹੜੀ ਪੈਂਦੀ ਸੀ, ਅਕਾਲੀ ਦਲ ਦੀ ਵੋਟ ਬੀਜੇਪੀ ਨੂੰ ਪੈ ਜਾਂਦੀ ਸੀ, ਜਿਸ ਕਰਕੇ ਕਾਂਗਰਸ ਉਹਨਾਂ 23 ਸੀਟਾਂ ਤੇ ਜਿੱਤਦੀ ਨਹੀਂ ਸੀ। ਪਰ ਜਦੋਂ ਅਕਾਲੀ ਬੀਜੇਪੀ ਉਹਨਾਂ 23 ਸੀਟਾਂ ਤੋਂ ਹਾਰਦੇ ਸੀ, ਉਦੋਂ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣ ਜਾਂਦੀ ਸੀ। ਮਤਲਬ ਕਿ ਇਹਨਾਂ 23 ਸੀਟਾਂ ਤੇ ਜਿਹੜੀ ਹਿੰਦੂ ਭਾਈਚਾਰੇ ਦੀ ਵੋਟ ਹੈ ਉਹ ਕਦੀ ਬੀਜੇਪੀ ਨੂੰ ਪੈ ਜਾਂਦੀ ਸੀ, ਮਤਲਬ ਅਕਾਲੀ ਬੀਜੇਪੀ ਨੂੰ ਪੈ ਜਾਂਦੀ ਸੀ ਬਹੁ ਗਿਣਤੀ, ਕਦੀ ਕਾਂਗਰਸ ਨੂੰ। ਜੇ ਤਾਂ ਅਕਾਲੀ ਬੀਜੇਪੀ ਨੂੰ ਪੈ ਜਾਂਦੀ ਸੀ, ਇਹਨਾਂ ਦੀ ਸਰਕਾਰ ਆ ਜਾਂਦੀ ਸੀ। ਹੁਣ ਪਿਛਲੀ ਵਾਰੀ ਅਕਾਲੀ ਬੀਜੇਪੀ ਨੂੰ ਨਹੀਂ ਪਈ, 3 ਸੀਟਾਂ ਹੀ ਬੀਜੇਪੀ ਨੂੰ ਆਈਆਂ ਸੀ ਤੇ ਸਰਕਾਰ ਕਾਂਗਰਸ ਦੀ ਬਣ ਗਈ। ਤੇ 12 'ਚ ਵੀ ਹੈ ਗਗਨ, ਤੇ 12 ਤੋਂ ਪਹਿਲਾਂ 14 'ਚ ਵੀ ਹੈ ਗਗਨ ਜੀ, ਨਹੀਂ 12 'ਚ, 12 ਤੋਂ ਜੇ 5 ਸਾਲ ਘਟਾ ਦਈਏ 7 'ਚ, 2003 ਤੋਂ 7 ਤੱਕ ਤਾਂ ਕੈਪਟਨ ਦਾ ਰਾਜ ਸੀ। ਉਦੋਂ ਬੀਜੇਪੀ ਨੂੰ ਉੱਥੋਂ ਵੱਧ ਸੀਟਾਂ ਮਿਲ ਗਈਆਂ, ਮੈਨੂੰ ਲੱਗਦਾ 18-19 ਸੀਟਾਂ ਬੀਜੇਪੀ ਜਿੱਤ ਗਈ ਸੀ। 7 'ਚ ਅਕਾਲੀ ਦਲ ਦੀ ਸਰਕਾਰ ਆ ਗਈ। 12 'ਚ ਬੀਜੇਪੀ ਵਾਲੇ ਨੇ ਫਿਰ ਸੀਟਾਂ ਜਿੱਤ ਲਈਆਂ ਚੰਗੀਆਂ, ਕਾਂਗਰਸ ਨਾਲੋਂ ਜ਼ਿਆਦਾ, ਫਿਰ ਬੀਜੇਪੀ ਦੀ ਸਰਕਾਰ ਆ ਗਈ। ਔਰ ਹੁਣ ਪਿਛਲੀ ਵਾਰੀ ਬੀਜੇਪੀ ਜਦੋਂ 4 ਸੀਟਾਂ ਤੇ ਰਹਿ ਗਈ, 17 'ਚ 3 ਸੀਟਾਂ ਤੇ, ਤਾਂ ਕਾਂਗਰਸ ਦੀ ਸਰਕਾਰ ਆ ਗਈ। ਸੋ ਹੁਣ ਇਸ ਵਾਰ ਇਹ ਜਿਹੜੀਆਂ 23 ਸੀਟਾਂ ਨੇ ਇਹ ਫੈਸਲਾ ਕੁਨ ਸਾਬਤ ਹੋਣਗੀਆਂ ਗਗਨ। ਇਸ ਵਾਰ ਨਵਾਂ ਫੈਕਟਰ ਕੀ ਆ ਗਿਆ, ਅਕਾਲੀ ਬੀਜੇਪੀ ਅਲੱਗ ਹੋ ਗਏ। ਹੁਣ ਅਕਾਲੀ ਬੀਜੇਪੀ ਅਲੱਗ ਹੋਣ ਨਾਲ ਦੋ ਤਰ੍ਹਾਂ ਦੇ ਸਮੀਕਰਨ ਬਣ ਸਕਦੇ ਨੇ। ਜਿਹੜੀ ਵੋਟ ਅਕਾਲੀਆਂ ਦੀ ਬੀਜੇਪੀ ਨੂੰ ਪੈ ਜਾਂਦੀ ਸੀ, ਉਹਦੇ ਕਰਕੇ ਬੀਜੇਪੀ ਜਿੱਤ ਜਾਂਦੀ ਸੀ। ਗਗਨ ਸਮਝ ਰਹੇ ਹੋ ਨਾ? ਬਿਲਕੁਲ। ਜਿਹੜੀ ਵੋਟ ਅਕਾਲੀਆਂ ਦੀ ਬੀਜੇਪੀ ਨੂੰ ਪੈ ਜਾਂਦੀ ਸੀ, ਉਹਦੇ ਕਰਕੇ ਬੀਜੇਪੀ ਜਿੱਤ ਜਾਂਦੀ ਸੀ। ਤੇ ਜਿਹੜੀ ਵੋਟ ਹਿੰਦੂ ਬੀਜੇਪੀ ਨੂੰ ਪੈ ਜਾਂਦੀ ਸੀ, ਉਹਦੇ ਕਰਕੇ ਅਕਾਲੀ ਬੀਜੇਪੀ ਗੱਠਜੋੜ ਵਾਧੇ 'ਚ ਰਹਿ ਜਾਂਦਾ ਸੀ ਕਾਂਗਰਸ ਨਾਲੋਂ। ਹੁਣ ਇੱਕ ਤਾਂ ਅਕਾਲੀ ਵੋਟ ਬੀਜੇਪੀ ਤੋਂ ਵੱਖਰੀ ਹੋ ਜਾਣੀ ਜੀ, ਦੂਸਰਾ ਕਿਸਾਨ ਅੰਦੋਲਨ ਕਰਕੇ ਬੀਜੇਪੀ ਦੇ ਪ੍ਰਤੀ ਨਾਰਾਜ਼ਗੀ ਹੈ ਕਿਸਾਨ ਵੋਟਾਂ ਦੀ। ਸੋ ਹੁਣ ਬੀਜੇਪੀ ਦੀ ਤਾਕਤ ਪਿਛਲੀ ਵਾਰ ਨਾਲੋਂ, ਕਿਉਂਕਿ ਅਕਾਲੀ ਵੋਟ ਵੀ ਟੁੱਟ ਗਈ, ਕਿਸਾਨ ਵੋਟ ਵੀ ਘਟੂਗੀ, ਬੀਜੇਪੀ ਥੋੜੀ ਕਮਜ਼ੋਰ ਰਹੂਗੀ। ਹੁਣ ਅਕਾਲੀ ਵੋਟ ਜੇ ਤਾਂ ਅਕਾਲੀ ਦਲ ਨੂੰ ਪੈ ਗਈ ਹੈ ਗਗਨ ਜੀ, ਅਕਾਲੀ ਵੋਟ ਜੇ ਤਾਂ ਅਕਾਲੀ ਦਲ ਨੂੰ ਪੈ ਗਈ, ਬੀਜੇਪੀ ਦੀ ਵੋਟ ਘਟ ਗਈ, ਅਕਾਲੀ ਦਲ ਜਿੱਤਣ ਦੀ ਪੋਜੀਸ਼ਨ 'ਚ ਨਹੀਂ ਆਉਣਾ। ਇਹ ਹੋ ਸਕਦਾ ਹੈ ਕਾਂਗਰਸ ਮੁਕਾਬਲੇ 'ਚ ਆ ਜੇ 23 ਸੀਟਾਂ ਤੇ। ਪਰ ਅਗਰ ਸਿੱਧੂ ਕਾਂਗਰਸ ਨਾਲ ਹੈ, ਫਿਰ ਤਾਂ ਕਾਂਗਰਸ ਫਾਇਦੇ 'ਚ ਹੈ। ਅਗਰ ਸਿੱਧੂ ਦੀ ਭੂਮਿਕਾ ਵੱਖਰੀ ਹੋ ਗਈ ਤਾਂ ਫਿਰ ਉੱਥੇ ਸਿੱਧੂ ਦਾ ਪ੍ਰਭਾਵ ਵੀ ਬਹੁਤ ਜ਼ਿਆਦਾ ਹੈ। ਬਿਲਕੁਲ। ਫਿਰ ਕਾਂਗਰਸ ਨੂੰ ਵੀ ਸੱਟ ਵੱਜੂਗੀ ਅਗਰ ਸਿੱਧੂ ਦਾ ਪ੍ਰਭਾਵ ਵੱਖਰਾ ਰਿਹਾ ਕਾਂਗਰਸ ਤੋਂ। ਸੋ ਇਸ ਕਰਕੇ ਆਮ ਆਦਮੀ ਪਾਰਟੀ ਨੇ ਤਾਂ ਪਿਛਲੀ ਵਾਰੀ ਵੀ ਉੱਥੇ ਕੋਈ ਬਹੁਤਾ ਪ੍ਰਭਾਵ ਨਹੀਂ ਪਾਇਆ। ਐਤਕੀ ਵੀ ਆਮ ਆਦਮੀ ਪਾਰਟੀ ਦੀ ਮੈਨੂੰ ਕੋਈ ਉੱਥੇ ਤਾਕਤ ਬਹੁਤੀ ਨਜ਼ਰ ਨਹੀਂ ਆਉਂਦੀ। ਹਾਲਾਂਕਿ ਆਮ ਆਦਮੀ ਪਾਰਟੀ ਵਾਲਿਆਂ ਨੂੰ ਜ਼ੋਰ ਲਾਉਣਾ ਚਾਹੀਦਾ, ਕੇਜਰੀਵਾਲ ਨੂੰ ਚਾਹੀਦਾ ਉੱਥੇ ਗੇੜੇ ਗੁੜੇ ਲਾ ਕੇ ਜਾਣ ਆਉਣ ਵਾਲੇ ਸਮੇਂ 'ਚ, ਹਜੇ ਨਹੀਂ, ਕੋਵਿਡ ਤੋਂ ਬਾਅਦ। ਸੋ ਇਸ ਕਰਕੇ ਜਿਹੜੀਆਂ ਇਹ 23 ਸੀਟਾਂ ਨੇ, ਸੁਖਬੀਰ ਬਾਦਲ ਚਾਹੁੰਦਾ ਵੀ ਅਸੀਂ ਕਿਸੇ ਵੀ ਤਰ੍ਹਾਂ ਅਕਾਲੀ ਵੋਟ ਤਾਂ ਸਾਨੂੰ ਪੈ ਜਾਣੀ, ਅਸੀਂ ਬੀਜੇਪੀ ਵਾਲੀ ਵੋਟ ਲੈ ਜਾਈਏ। ਬਿਲਕੁਲ। ਕਾਂਗਰਸ ਹਜੇ ਪੀ ਕੇ ਸਰਵੇਖਣ ਕਰ ਰਹੇ ਨੇ ਇਹਨਾਂ 23 ਸੀਟਾਂ ਤੇ ਵੀ, ਇਹ ਬੀਜੇਪੀ ਬਹੁ ਗਿਣਤੀ ਵਾਲੀਆਂ ਸੀਟਾਂ ਨੇ, ਇਹਨਾਂ ਦਾ ਅਸੀਂ ਕਿਵੇਂ ਇੱਥੇ ਅਸੀਂ ਆਪਣਾ ਜਨ ਆਧਾਰ ਵਧਾਈਏ। ਔਰ ਹਾਲ ਦੀ ਘੜੀ ਕਾਂਗਰਸ ਇਸ ਗੱਲ ਨੂੰ ਲੈ ਕੇ ਖੁਸ਼ ਹੈ ਕਿ ਅਕਾਲੀ ਦਲ ਤੇ ਬੀਜੇਪੀ ਜਦੋਂ ਵੱਖਰੇ ਹੋ ਜਾਂਦੇ ਨੇ ਤੇ ਇਹਨਾਂ ਦੀ ਵੋਟ ਆਪਸ 'ਚ ਵੰਡੀ ਜਾਂਦੀ ਹੈ ਤੇ ਉਹ ਵੋਟ ਕਾਂਗਰਸ ਨੂੰ ਪੈ ਜਾਂਦੀ ਹੈ। ਪਰ ਕਾਂਗਰਸ ਦੀ ਕਾਰਗੁਜ਼ਾਰੀ ਤੇ ਵੀ ਐਤਕੀ ਸਵਾਲ ਖੜੇ ਹੋਣੇ ਨੇ। ਇਸ ਕਰਕੇ ਕਾਂਗਰਸ ਦੀਆਂ ਸਥਿਤੀਆਂ ਸਾਡੀ ਨਜ਼ਰ 'ਚ ਉਨੀਆਂ ਚੰਗੀਆਂ ਨਹੀਂ ਜਿੰਨੀਆਂ ਕਾਂਗਰਸ ਨੂੰ ਲੱਗਦੀਆਂ ਨੇ। ਕਾਂਗਰਸ ਹੀ ਤਾਂ ਮੰਤਰੀ ਮੰਡਲ ਦੀ ਬੈਠਕ 'ਚ ਕਹਿੰਦੇ ਅਸਤੀਫੇ ਹੋ ਗਏ, ਅਸਤੀਫਿਆਂ ਦੀ ਪੇਸ਼ਕਸ਼ ਕਰਤੀ, ਪਰ ਪ੍ਰੈਸ 'ਚ ਨਹੀਂ ਕਿਸੇ ਨੇ ਵੀ ਅਸਤੀਫਾ ਦੱਸਿਆ ਆਪਣਾ, ਵੀ ਅਸਤੀਫੇ 'ਚ ਲਿਖਿਆ ਕੀ ਸੀ ਭਾਈ, ਇਹ ਤਾਂ ਦੱਸ ਦਿਓ। ਬਿਲਕੁਲ ਹੈ ਜੀ। ਸੋ ਇਸ ਕਰਕੇ ਸਥਿਤੀਆਂ ਚੁਣੌਤੀਪੂਰਵਕ ਨੇ। ਬਿਲਕੁਲ। ਸੋ ਡੱਲਾ ਸਾਹਿਬ, ਜਿਸ ਤਰ੍ਹਾਂ ਦੇ ਹਾਲਾਤ ਲੱਗ ਰਹੇ ਨੇ ਕਿ ਹੁਣ ਜੋ ਮੌਜੂਦਾ ਹਾਲਾਤ, ਜਿਵੇਂ ਤੁਸੀਂ ਵੀ ਕਿਹਾ ਅਸਤੀਫਿਆਂ ਦੀ ਗੱਲ ਤੁਰਦੀ ਆ, ਪਹਿਲਾਂ ਅਕਾਲੀ ਦਲ ਤੇ ਬੀਜੇਪੀ ਆਪਸ ਦੇ ਵਿੱਚ ਟੁੱਟ ਕੇ ਵੱਖੋ ਵੱਖਰੀ ਹੋ ਗਏ, ਹੁਣ ਕਾਂਗਰਸ ਦੇ ਵਿੱਚੋਂ ਵੀ ਲੱਗ ਰਿਹਾ ਹੈ ਕਿ ਕੋਈ ਵੱਖਰਾ ਧੜਾ ਨਾ ਬਾਹਰ ਆ ਜਾਵੇ। ਜੋ ਧੜਾ ਬਾਹਰ ਆਉਂਦਾ ਤਾਂ ਟੁੱਟਣੀ ਵੋਟ ਕਾਂਗਰਸ ਦੀ ਵੀ ਹੈ, ਕਿਉਂਕਿ ਅੱਧੀ ਉੱਧਰ ਚਲ ਜਾਣੀ, ਅੱਧੀ ਉੱਧਰ ਚਲ ਜਾਣੀ ਹੈ। ਫਿਰ ਕੀ ਲੱਗਦਾ ਇਹਦਾ ਫਾਇਦਾ ਕਿਤੇ ਆਮ ਆਦਮੀ ਪਾਰਟੀ ਤਾਂ ਨਹੀਂ ਲੈ ਕੇ ਜਾ ਸਕਦੀ? ਨਹੀਂ, ਦੇਖੋ ਮੈਂ ਪਹਿਲਾਂ ਵੀ ਕਿਹਾ, ਦੇਖੋ ਆਮ ਆਦਮੀ ਪਾਰਟੀ ਐਡੀ ਸਰਗਰਮ ਨਹੀਂ। ਭਗਵੰਤ ਮਾਨ ਨੇ ਸਾਰਾ ਜ਼ੋਰ ਮਾਲਵੇ ਚਲਾਇਆ, ਕੇਜਰੀਵਾਲ ਨੂੰ ਰੈਲੀ ਕਰਨੀ ਨਹੀਂ ਸੀ ਚਾਹੀਦੀ 21 ਮਾਰਚ ਵਾਲੀ, ਪਰ ਉਹਨੇ ਕੀਤੀ ਕਿਸਾਨ ਪੰਚਾਇਤ ਦੇ ਨਾਂ ਤੇ, ਉਹ ਵੀ ਕੀਤੀ ਮਾਲਵੇ 'ਚ। ਤੁਸੀਂ ਮੈਨੂੰ ਦੱਸੋ ਕੇਜਰੀਵਾਲ ਦੀ ਕੋਈ ਰੈਲੀ ਮਾਝੇ 'ਚ ਹੋਈ ਹੋਵੇ? ਬਿਲਕੁਲ ਨਹੀਂ। ਹੈ ਜੀ, ਦੁਆਬੇ 'ਚ ਹੋਈ ਹੋਵੇ? ਆਮ ਆਦਮੀ ਪਾਰਟੀ ਵਾਲੇ ਜ਼ੋਰ ਸਿਰਫ ਮਾਲਵੇ 'ਚ ਲਾ ਰਹੇ। ਜਦੋਂ ਆਮ ਆਦਮੀ ਪਾਰਟੀ ਦੀ ਲਹਿਰ ਸੀ
ਉਦੋਂ ਮਾਲ ਵਿੱਚ 20 ਸੀਟਾਂ ਆਈਆਂ ਬੈਂਸਾਂ ਦੀਆਂ ਜੋੜ ਕੇ 22। ਅੱਜ ਆਮ ਆਦਮੀ ਪਾਰਟੀ ਕਿੱਥੇ ਖੜੀ ਹੈ? ਆ ਦਿੱਲੀ ਮਾਡਲ ਫੇਲ ਹੋ ਗਿਆ। ਦਿੱਲੀ ਨਾਲੋਂ ਤਾਂ ਕੈਪਟਨ ਅਮਰਿੰਦਰ ਕੋਵਿਡ 'ਚ ਚੰਗੀ ਲੜਾਈ ਲੜ ਗਏ। ਇਹ ਕੈਪਟਨ ਅਮਰਿੰਦਰ ਦੀ ਪਿੱਠ ਸੁਣਦੀ ਹੈ। ਕੋਵਿਡ 'ਚ ਕੈਪਟਨ ਅਮਰਿੰਦਰ ਨੇ ਚੰਗੀ ਲੜਾਈ ਲੜੀ ਆ ਹਾਲੇ ਤੱਕ। ਕੇਜਰੀਵਾਲ ਤਾਂ ਫੇਲ ਹੋ ਗਿਆ ਨਾ, ਉੱਥੇ ਆਕਸੀਜਨ ਦਾ ਪ੍ਰਬੰਧ ਸਮਾਂ ਸਿਰ। ਮਹੱਲਾ ਕਲੀਨਿਕਾਂ ਦਾ ਕੀ ਹੋਇਆ? ਹੁਣ ਪਤਾ ਲੱਗਿਆ ਕਹਿੰਦੇ ਉੱਥੇ ਆਕਸੀਜਨਾਂ ਦੇ ਸਿਲੰਡਰ ਹੀ ਹੈ ਨਹੀਂ ਸੀ ਬਹੁਤੀ ਥਾਂ ਤੇ। ਉੱਥੇ ਵੈਂਟੀਲੇਟਰ ਬਣਾਉਣੇ ਸੀ ਪੂਰੇ, ਉੱਥੇ ਆਕਸੀਜਨ ਦੇ ਸਿਲੰਡਰ ਹੋਣੇ ਚਾਹੀਦੇ ਸੀ ਪੂਰੇ। ਹਾਂਜੀ, ਆਪਾਂ ਮਹੱਲਾ ਕਲੀਨਿਕ ਅਗਰ ਬਣਾਏ, ਇੰਨਾ ਪੈਸਾ ਖਰਚਿਆ ਤੇ ਸਿਲੰਡਰਾਂ ਦਾ ਇੰਤਜ਼ਾਮ ਵੀ ਕਰਕੇ ਰੱਖਦੇ ਸਮੇਂ ਸਿਰ। ਦੇਖੋ ਰੈਲੀਆਂ ਦਾ ਪ੍ਰਬੰਧ ਪਹਿਲਾਂ ਹੀ ਕਰ ਲੈਂਦੇ ਲੀਡਰ, ਪਹਿਲਾਂ ਹੀ ਅਨਾਉਂਸ ਕਰਤਾ ਵੀ ਅਸੀਂ 21 ਮਾਰਚ ਨੂੰ ਰੈਲੀ ਕਰਾਂਗੇ ਪੰਜਾਬ 'ਚ। ਤੇ ਆ ਪਾਰਲੀਮੈਂਟਰੀ ਕਮੇਟੀ ਨੇ ਕਹਿਤਾ ਸੀ, ਐਕਸਪਰਟ ਕਹਿ ਰਹੇ ਸੀ ਵੀ ਆਕਸੀਜਨ ਦਾ ਇੰਤਜ਼ਾਮ ਕਰ ਲਓ, ਕੋਵਿਡ ਵੱਧ ਸਕਦਾ ਦੂਸਰੀ ਲਹਿਰ। ਰੈਲੀਆਂ ਦੇ ਇੰਤਜ਼ਾਮ ਟੈਂਟ ਟੁੰਟ ਸਭ ਪਹਿਲਾਂ ਕਰ ਲਏ, ਸਿਲੰਡਰ ਆਕਸੀਜਨ ਦੇ ਇੰਤਜ਼ਾਮ ਨਹੀਂ ਕੀਤੇ ਲੀਡਰਾਂ ਨੇ। ਆ ਬੀਜੇਪੀ ਵਾਲੇ ਵੀ ਵਿੱਚ ਹੀ ਹੈ। ਹੁਣ ਬੀਜੇਪੀ ਦੇ ਲੀਡਰਾਂ ਨੇ ਜੋ ਬੰਗਾਲ 'ਚ ਰੈਲੀਆਂ ਕੀਤੀਆਂ, ਹੁਣ ਸਥਿਤੀਆਂ ਦੇਖ ਲਓ। ਆ 23 ਸੀਟਾਂ ਤੇ ਇਸ ਗੱਲ ਦਾ ਅਸਰ ਪੈਣਾ ਹੈ ਕਿ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਕੋਵਿਡ ਨਾਲ ਲੜਨ 'ਚ ਫੇਲ ਹੋ ਗਈ। ਜਿਹੜੀ ਪਹਿਲੀ ਲਹਿਰ ਸੀ ਉਹ 'ਚ ਮੋਦੀ ਸਾਹਿਬ ਹੀਰੋ ਬਣ ਕੇ ਨਿਕਲੇ, ਕਿੱਡੇ ਕਾਮਯਾਬ ਰਹੇ। ਦੂਜੀ ਲਹਿਰ 'ਚ ਮੋਦੀ ਸਾਹਿਬ ਨੂੰ ਬੀਜੇਪੀ ਦੇ ਲੀਡਰਾਂ ਨੇ ਉਲਝਾ ਲਿਆ ਪੱਛਮੀ ਬੰਗਾਲ 'ਚ ਰੈਲੀਆਂ ਕਰਨ ਲਈ। ਉਹਦਾ ਨੁਕਸਾਨ ਹੋ ਗਿਆ ਬੀਜੇਪੀ ਨੂੰ ਵੀ, ਕਿਤੇ ਨਾ ਕਿਤੇ ਮੁਲਕ ਨੂੰ ਵੀ। ਸੋ ਇਸ ਕਰਕੇ ਇਹਨਾਂ 23 ਸੀਟਾਂ ਤੇ ਵੀ ਬੀਜੇਪੀ ਨੂੰ ਨੁਕਸਾਨ ਹੁੰਦਾ ਨਜ਼ਰ ਆਉਂਦਾ ਹਾਲ ਦੀ ਘੜੀ। ਕੱਲ ਨੂੰ ਕੋਈ ਮੋਦੀ ਸਾਹਿਬ ਕ੍ਰਿਸ਼ਮਾ ਕਰ ਦੇਣ, ਕਿਉਂਕਿ ਜਿਹੜੇ ਮੋਦੀ ਸਾਹਿਬ ਨੂੰ ਚਾਹਣ ਵਾਲੇ ਨੇ ਉਹ ਕਹਿੰਦੇ ਮੋਦੀ ਸਾਹਿਬ ਕੁਝ ਵੀ ਕਰ ਸਕਦੇ ਨੇ। ਅਸੀਂ ਆਸ ਕਰਦੇ ਹਾਂ ਕਿ ਮੋਦੀ ਸਾਹਿਬ ਕੁਝ ਵੀ ਕਰ ਦੇਣ, ਕੋਵਿਡ ਖਤਮ ਕਰ ਦੇਣ ਤੁਰੰਤ ਮੁਲਕ 'ਚੋਂ। ਹੁਣ ਦੂਸਰੀ ਗੱਲ, ਆਮ ਆਦਮੀ ਪਾਰਟੀ ਨੇ ਸਰਗਰਮੀ ਨਹੀਂ ਦਿਖਾਈ ਗਗਨ। ਆਮ ਆਦਮੀ ਪਾਰਟੀ ਨੇ ਜ਼ਿਆਦਾ ਧਿਆਨ ਕੇਂਦਰਿਤ ਨਹੀਂ ਕੀਤਾ ਇਸ ਪਾਸੇ। ਰਾਘਵ ਚੱਡਾ ਨੂੰ ਜ਼ਰੂਰ ਉਤਾਰਿਆ ਗਿਆ ਇੱਕ ਹਿੰਦੂ ਚਿਹਰੇ ਦੇ ਤੌਰ ਤੇ ਪੰਜਾਬ 'ਚ, ਕਿਉਂਕਿ ਭਾਈਚਾਰਿਆਂ ਦੀ ਸਾਂਝ ਹੈ ਪੰਜਾਬ 'ਚ, ਸਾਰੇ ਭਾਈਚਾਰੇ ਸਾਂਝੇ ਨੇ ਪੰਜਾਬ 'ਚ, ਸਾਰੇ ਭਾਈਚਾਰਿਆਂ ਨੂੰ ਨੁਮਾਇੰਦਗੀ ਮਿਲਦੀ ਹੈ। ਦੇਖੋ ਹੁਣ ਸੁਖਬੀਰ ਬਾਦਲ ਨੇ ਕਹਿਤਾ ਪਿੱਛੇ ਜੇ ਵੀ ਅਸੀਂ ਰਾਖਵੇਂ ਕਰਨ ਵਾਲੇ ਭਾਈਚਾਰੇ ਨੂੰ ਅੱਗੇ ਲੈ ਕੇ ਆਵਾਂਗੇ, ਹੈ ਗਗਨ? ਹਾਂਜੀ, ਉਹਨਾਂ ਨੇ ਡਿਪਟੀ ਮੁੱਖ ਮੰਤਰੀ ਬਣਾਉਣ ਦੀ ਗੱਲ ਕੀਤੀ ਵੀ ਅਸੀਂ ਦਲਿਤ ਭਰਾ ਸਾਡਾ ਉਹਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦੇਣਾ। ਜਾਤੀਵਾਦਕ ਸਿਆਸਤ ਵੀ ਹੁੰਦੀ ਹੈ ਸਾਡੇ ਮੁਲਕ 'ਚ। ਸੋ ਆਮ ਆਦਮੀ ਪਾਰਟੀ ਨੇ ਜ਼ਿਆਦਾ ਜ਼ੋਰ ਨਹੀਂ ਲਾਇਆ ਇਹਨਾਂ 23 ਸੀਟਾਂ ਤੇ ਗਗਨ। ਜਦ ਤੱਕ ਆਮ ਆਦਮੀ ਪਾਰਟੀ ਉੱਥੇ ਉਸ ਕੱਦ ਦੇ ਉਮੀਦਵਾਰ ਨਹੀਂ ਲੱਭਦੀ ਜਿਹੜੇ ਜਿੱਤ ਹਾਰ 'ਚ ਭੂਮਿਕਾ ਅਦਾ ਕਰ ਸਕਣ ਜਾਂ ਜਿੱਤਣ ਦੇ ਕਾਬਿਲ ਹੋਣ, ਤਦ ਤੱਕ ਆਮ ਆਦਮੀ ਪਾਰਟੀ ਉੱਥੇ ਮੁਕਾਬਲੇ 'ਚ ਨਹੀਂ ਆ ਸਕਦੀ। ਹਾਲੇ ਤੱਕ ਉੱਥੇ ਮੁਕਾਬਲੇ 'ਚ ਆਈ ਨਹੀਂ ਆਮ ਆਦਮੀ ਪਾਰਟੀ। ਤੁਸੀਂ ਦੱਸੋ ਭਗਵੰਤ ਮਾਨ ਨੇ ਇਹਨਾਂ 23 ਸੀਟਾਂ ਦੀ ਕੋਈ ਮੀਟਿੰਗ ਕੀਤੀ ਹੋਵੇ? ਬਿਲਕੁਲ ਨਹੀਂ। ਹੋ ਸਕਦਾ ਗੁਪਤ ਮੀਟਿੰਗਾਂ ਕੀਤੀਆਂ ਹੋਣ, ਪਰ ਗੁਪਤ ਮੀਟਿੰਗਾਂ ਦੇ ਨਾਲ ਮਾਹੌਲ ਨਹੀਂ ਬਣਨਾ। ਦੇਖੋ ਸੁਖਬੀਰ ਨੇ ਮੀਟਿੰਗਾਂ ਕੀਤੀਆਂ, ਗੱਲਾਂ ਬਾਹਰ ਆ ਗਈਆਂ, ਅਸੀਂ ਖਬਰ ਪੜਤਾਲ ਕਰਤੀ। ਉਹ 23 ਹਲਕਿਆਂ 'ਚ ਵੀ ਲੋਕ ਸੁਣਨਗੇ, ਸੁਖਬੀਰ ਬਾਦਲ ਦੇ ਅਕਾਲੀ ਦਲ ਵਾਲੇ ਵੀ ਸੁਣਨਗੇ, ਬੀਜੇਪੀ ਵਾਲੇ ਵੀ ਸੁਣਨਗੇ, ਆਮ ਆਦਮੀ ਪਾਰਟੀ ਵਾਲੇ ਵੀ ਸੁਣ ਰਹੇ ਹੋਣੇ। ਉਹਨਾਂ ਨੂੰ ਵੀ ਚੌਕਸ ਹੋਣ ਦੀ ਲੋੜ ਹੈ। ਸਮਾਜਿਕ ਬਰਾਬਰਤਾ ਦੇ ਲਈ ਜ਼ਰੂਰੀ ਹੈ ਕਿ ਸਾਰੀਆਂ ਪਾਰਟੀਆਂ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਣ। ਪਟੇਲਾ ਸਾਹਿਬ ਇੱਥੇ ਇਹ ਵੀ ਹੈ ਨਾ ਕਿ ਆਮ ਆਦਮੀ ਪਾਰਟੀ ਹੁਣ ਲਗਾਤਾਰ ਜਿਵੇਂ ਬ੍ਰਹਮਪੁਰਾ ਹੋਣਾ ਦਾ ਧੜਾ ਸੀ ਜਾਂ ਢੀਂਡਸੇ ਹੋਣਾ ਧੜਾ ਸੀ, ਉਹਨਾਂ ਨਾਲ ਗੱਠਜੋੜ ਕਰਨ ਦੀਆਂ ਗੱਲਾਂ ਬਾਤਾਂ ਜਿਹੜੀਆਂ ਚੱਲਦੀਆਂ ਪਈਆਂ ਨੇ ਕਿ ਗੱਠਜੋੜ ਕਰਨਗੇ, ਤਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਕਿਤੇ ਸੁਪਨੇ ਦੇ ਵਿੱਚ ਤਾਂ ਨਹੀਂ ਕਿ ਜੇ ਬ੍ਰਹਮਪੁਰਾ ਹੋ ਗਿਆ ਜਾਂ ਢੀਂਡਸਾ ਧੜਾ, ਉਹਨਾਂ ਦਾ ਮਾਝੇ ਤੇ ਦੁਆਬੇ ਦੇ ਵਿੱਚ ਉਹਨਾਂ ਦਾ ਹੋਲਡ ਜਿਹੜਾ ਵਧੀਆ ਹੈ, ਤੇ ਉਸ ਕਰਕੇ ਉਹ ਮਾਲਵੇ ਦੇ ਵਿੱਚ ਆਮ ਆਦਮੀ ਪਾਰਟੀ ਜ਼ੋਰ ਲਾ ਰਹੀ ਹੈ, ਉੱਧਰ ਉਹਨਾਂ ਦਾ ਜ਼ੋਰ ਹੋਣ ਦੇ ਚੱਲਦਾ ਉਹਨੂੰ ਐਂ ਲੱਗਦਾ ਹੋਵੇ ਗੱਠਜੋੜ ਕਰਕੇ ਅਸੀਂ ਸਰਕਾਰ ਬਣਾ ਜਾਵਾਂਗੇ। ਦੇਖੋ ਖਿਆਲ ਤਾਂ ਚੰਗਾ, ਸੋਚ ਤਾਂ ਇਹੋ ਜਿਹੀ ਪੈਦਾ ਹੁੰਦੀ ਹੈ ਵੀ ਮਾਝੇ 'ਚ, ਪਰ ਪਾਰਲੀਮੈਂਟ ਦੀਆਂ ਚੋਣਾਂ 'ਚ ਆਪਾਂ ਦੇਖਿਆ ਪੀਡੀਏ ਕਿੱਥੇ ਖੜਾ ਸੀ, ਆਪਾਂ ਦੇਖਿਆ ਬੈਂਸ ਭਰਾ ਕਿੱਥੇ ਖੜੇ ਸੀ, ਆਪਾਂ ਦੇਖਿਆ ਆ ਫਗਵਾੜੇ 'ਚ ਤਾਲਮੇਲ ਹੀ ਨਹੀਂ ਹੋਇਆ ਇਹਨਾਂ ਦਾ ਸੀਟਾਂ ਨੂੰ ਲੈ ਕੇ ਜਦੋਂ ਜ਼ਿਮਨੀ ਚੋਣਾਂ ਸੀ। ਮਾਝੇ ਤੇ ਦੁਆਬੇ 'ਚ ਟਕਸਾਲੀਆਂ ਦੀ ਕੀ ਪੋਜੀਸ਼ਨ ਰਹੀ ਹੈ ਆਪਾਂ ਦੇਖੀ ਹੈ। ਇਸ ਕਰਕੇ ਇਹਨਾਂ 23 ਸੀਟਾਂ ਤੇ ਇਹਨਾਂ ਦੀ ਕੋਈ ਪ੍ਰਭਾਵੀ ਭੂਮਿਕਾ ਮੈਨੂੰ ਨਜ਼ਰ ਨਹੀਂ ਆਉਂਦੀ ਹਾਲ ਦੀ ਘੜੀ। ਦੇਖੋ ਇਹਨਾਂ 23 ਸੀਟਾਂ ਤੇ ਹੁਣ ਤੱਕ ਜਾਂ ਤਾਂ ਬਹੁ ਗਿਣਤੀ ਕਾਂਗਰਸ ਕੋਲੇ ਗਈ ਹੈ ਜਾਂ ਬਹੁ ਗਿਣਤੀ ਬੀਜੇਪੀ ਕੋਲੇ ਗਈ ਹੈ। ਹੁਣ ਬੀਜੇਪੀ ਦੇ ਨਾਲ ਅਕਾਲੀ ਰਹੇ ਨੇ, ਜਦੋਂ ਬੀਜੇਪੀ ਇਕੱਲੀ ਲੜੀ ਹੈ ਉਦੋਂ ਗਠਬੰਧਨ ਦੀ ਸਰਕਾਰ ਔਖੀ ਬਣੀ ਹੈ ਪੰਜਾਬ 'ਚ, ਜਾਂ ਅਕਾਲੀ ਦਲ ਦੀ ਸਰਕਾਰ ਨਹੀਂ ਬਣੀ। ਆਮ ਤੌਰ ਤੇ ਅਕਾਲੀ ਦਲ ਦੀ ਸਰਕਾਰ ਬਹੁਤਾ ਸਮਾਂ ਉਦੋਂ ਬਣੀ ਹੈ ਜਦੋਂ ਬੀਜੇਪੀ ਦਾ ਸਾਥ ਰਿਹਾ ਨਾਲ, ਜਾਂ ਹੋਰ ਉਹਨਾਂ ਕੋਲੇ ਜਨ ਸਮਰਥਨ ਰਿਹਾ, ਦੂਜੀਆਂ ਪਾਰਟੀਆਂ ਦਾ ਸਾਥ ਰਿਹਾ। ਇਹ ਤਾਂ ਸਾਰਾ ਕੁਝ ਇਤਿਹਾਸ 'ਚ ਹੈ। ਸੋ ਇਸ ਕਰਕੇ ਇਹਨਾਂ 23 ਸੀਟਾਂ ਦੀ ਗਗਨ ਇਸ ਵਾਰ ਅਹਿਮੀਅਤ ਬਹੁਤ ਜ਼ਿਆਦਾ ਹੈ। ਹੁਣ ਕਾਂਗਰਸ, ਇਸੇ ਕਰਕੇ ਤਾਂ ਕਾਂਗਰਸ ਹੈ ਜਿਹੜੀ ਉਹ ਸਿੱਧੂ ਦੇ ਖਿਲਾਫ ਦੇਖੋ ਕਾਰਵਾਈ ਦੀ ਮੰਗ ਬਿੱਟੂ ਨੇ ਕਰਤੀ ਪਿੱਛੇ, ਪਰ ਕੋਈ ਗੱਲ ਨਹੀਂ ਬਣੀ ਕਿਉਂਕਿ ਕਾਂਗਰਸ ਦੀ ਹਾਈ ਕਮਾਂਡ ਨੂੰ ਪਤਾ ਹੈ ਵੀ ਸਿੱਧੂ ਤਾਂ ਸੱਚ ਤੇ ਖੜਾ। ਬਿੱਟੂ ਦਾ ਸਟੈਂਡ ਇਹ ਹੈ ਵੀ ਪਾਰਟੀ ਪਲੇਟਫਾਰਮ ਤੇ ਸਿੱਧੂ ਸਾਹਿਬ ਗੱਲ ਕਰਨ, ਖੁੱਲ੍ਹ ਕੇ ਵਿਰੋਧ ਨਾ ਕਰਨ। ਪਰ ਸਿੱਧੂ ਕਹਿੰਦਾ ਮੈਂ ਤਾਂ ਝੋਲੀ ਵੀ ਸਾਰਿਆਂ ਦੇ ਸਾਹਮਣੇ ਵਿਧਾਨ ਸਭਾ 'ਚ ਅੱਡੀ ਸੀ, ਦੱਸੋ ਤੁਸੀਂ ਝੋਲੀ 'ਚ ਇਨਸਾਫ ਪਾਇਆ?
ਤੇ ਸਾਰਾ ਪੰਜਾਬ ਝੋਲੀ ਅੱਡੀ ਬੈਠਾ ਸੀ ਵੀ ਸਾਨੂੰ ਇਨਸਾਫ ਦਿਓ, ਇਨਸਾਫ ਦਿਓ। ਅੱਜ ਵੀ ਸਾਰੇ ਪੰਜਾਬ ਦੀ ਝੋਲੀ ਅੱਡੀ ਹੋਈ ਹੈ ਗਗਨ ਵੀ ਇਨਸਾਫ ਦਿਓ, ਇਨਸਾਫ ਦਿਓ। ਤੇ ਇਸੇ ਗੱਲ ਦਾ ਤਾਂ ਮੰਤਰੀ ਮੰਡਲ ਦੀ ਮੀਟਿੰਗ 'ਚ ਰੌਲਾ ਪਿਆ ਸੀ। ਜਾਖੜ ਸਾਹਿਬ ਗੁੱਸਾ ਕਰ ਗਏ, ਕਹਿੰਦੇ ਲੋਕ ਸਾਨੂੰ ਸਵਾਲ ਪੁੱਛਦੇ ਨੇ, ਸਾਡੀ ਸਰਕਾਰ ਦਾ ਸਟੈਂਡ ਚੰਗਾ ਨਹੀਂ, ਅਸੀਂ ਕੀ ਕਰਾਂਗੇ 2022 ਦੀਆਂ ਚੋਣਾਂ 'ਚ। ਸੁਖਜਿੰਦਰ ਰੰਧਾਵਾ ਵੀ ਸਟੈਂਡ ਲੈ ਗਿਆ, ਕਿਉਂਕਿ ਸੁਖਜਿੰਦਰ ਰੰਧਾਵਾ ਨੇ ਵੀ ਪੈਰਵਾਈ ਕੀਤੀ ਸੀ, ਕਹਿੰਦੇ ਜਦੋਂ ਕੁੰਵਰ ਵਿਜੇ ਪ੍ਰਤਾਪ ਦਾ ਨਾਂ ਚੱਲਿਆ ਵੀ ਸਿੱਟ 'ਚ ਕੁੰਵਰ ਵਿਜੇ ਪ੍ਰਤਾਪ ਨੂੰ ਪਾ ਲਈਏ। ਪੰਜਾਬ ਦੇ ਡੀਜੀਪੀ ਨੇ ਤਾਂ ਡੀਜੀਪੀ ਤਾਂ ਨਾਲ ਹੀ ਸੀ ਜੀ, ਕਿਉਂਕਿ ਜਦੋਂ ਸਿੱਟ ਚੁਣੀ ਜਾਣੀ ਹੈ ਡੀਜੀਪੀ ਦੀ ਇੱਕ ਵੱਖਰੀ ਭੂਮਿਕਾ ਹੁੰਦੀ ਹੈ ਉਹ 'ਚ। ਸੋ ਇਸ ਕਰਕੇ ਕਾਂਗਰਸ ਦੇ ਵਿੱਚ ਤਾਂ ਬੇਅਦਬੀ ਦੇ ਇਨਸਾਫ ਨੂੰ ਲੈ ਕੇ ਕਾਫੀ ਜ਼ਿਆਦਾ ਆਪਸ ਦੇ ਵਿੱਚ ਮਨਮਿਟਾ ਹੋਏ ਨੇ। ਸਿੱਧੂ ਸੱਚ ਦੇ ਸਟੈਂਡ ਤੇ ਖੜਾ ਤੇ ਆ 23 ਅਗਰ ਸਿੱਧੂ ਕੋਈ ਵੱਖਰਾ ਫੈਸਲਾ ਲੈਂਦਾ, ਦੇਖੋ ਅਗਰ ਸਿੱਧੂ ਕਾਂਗਰਸ ਨੂੰ ਅਗਵਾਈ ਦਿੰਦਾ ਜਾਂ ਕੈਪਟਨ ਨਾਲ ਮਿਲ ਕੇ ਚੱਲਦਾ, ਕੋਈ ਸਮਝੌਤਾ ਹੋ ਜਾਂਦਾ ਸਿਆਸੀ, ਜਿਹੜਾ ਪਹਿਲਾਂ ਹੋਇਆ ਲੱਗਦਾ ਸੀ ਹੁਣ ਫਿਰ ਟੁੱਟਿਆ ਲੱਗਦਾ। ਅਗਰ ਸਿੱਧੂ, ਦੇਖੋ ਸਿੱਧੂ ਤਾਂ 23 ਸੀਟਾਂ ਤੇ ਪ੍ਰਭਾਵ ਪਾਊਗਾ ਮੈਨੂੰ ਲੱਗਦਾ। ਕਾਂਗਰਸ ਤੇ ਬੀਜੇਪੀ ਇਹਨਾਂ ਦਾ ਰੁਖ ਦੇਖਣ ਵਾਲਾ ਹੈ। ਅਕਾਲੀ ਦਲ ਨੂੰ ਮੈਨੂੰ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਫਾਇਦਾ ਹੋਊਗਾ 23 ਸੀਟਾਂ ਤੇ, ਪਰ ਅਗਰ ਅਕਾਲੀ ਦਲ ਬੀਜੇਪੀ ਦੀ ਦੂਸਰੀ ਲਾਈਨ ਦੇ ਲੀਡਰ ਆਪਣੇ 'ਚ ਸ਼ਾਮਲ ਕਰਾ ਗਿਆ ਜਾਂ ਕਿਸਾਨ ਅੰਦੋਲਨ ਨੇ ਬੀਜੇਪੀ ਨੂੰ ਜ਼ਿਆਦਾ ਨੁਕਸਾਨ ਕਰਾਤਾ, ਫਿਰ ਅਕਾਲੀ ਦਲ ਵੀ ਚੰਗੀ ਸਥਿਤੀ 'ਚ ਆ ਸਕਦਾ ਹੈ। ਪਰ ਸਿੱਧੂ ਫੈਕਟਰ ਉੱਥੇ ਬਹੁਤ ਪ੍ਰਭਾਵੀ ਰਹੂਗਾ ਇਹਨਾਂ ਚੋਣਾਂ ਦੇ ਵਿੱਚ। ਜਿਵੇਂ ਦਿੱਲੀ ਦੀਆਂ ਪਿਛਲੀਆਂ 3 ਚੋਣਾਂ 'ਚ ਕੇਜਰੀਵਾਲ ਦਾ ਫੈਕਟਰ ਪ੍ਰਭਾਵਿਤ ਰਿਹਾ ਨਾ ਗਗਨ, ਕੇਜਰੀਵਾਲ ਤੋਂ ਬਿਨਾਂ ਫੈਸਲਾ ਨਹੀਂ ਹੋਇਆ ਦਿੱਲੀ ਦਾ। ਮੈਨੂੰ ਪੰਜਾਬ 'ਚ ਕੇਜਰੀਵਾਲ ਨਾਲੋਂ ਵੱਧ ਮਜ਼ਬੂਤ ਸਿੱਧੂ ਲੱਗਦਾ। ਸਿੱਧੂ ਇੱਕ ਧਿਰ ਹੈ ਪੰਜਾਬ 'ਚ, ਲੋਕਾਂ ਦੀ ਆਮ ਆਵਾਜ਼ ਆਉਂਦੀ ਹੈ। ਦੇਖੋ ਆਪਣੇ ਪ੍ਰੋਗਰਾਮ ਦੇ ਹੇਠਾਂ ਵੀ ਸਿੱਧੂ ਬਾਰੇ ਲੋਕਾਂ ਦੀ ਆਵਾਜ਼ ਆ ਜਾਣੀ ਹੈ। ਇਹ ਲੋਕਾਂ ਦੀ ਆਵਾਜ਼ ਹੀ ਹੈ ਨਾ, ਅਸੀਂ ਕਿਹੜਾ ਕਿਸੇ ਨੂੰ ਕਹਿੰਦੇ ਆ ਵੀ ਭਾਈ ਲਿਖੋ, ਹੈ ਗਗਨ? ਬਿਲਕੁਲ ਲੋਕਾਂ ਦੇ ਦਿਲ ਦੀ ਆਵਾਜ਼ ਹੈ ਨਾ। ਸਿੱਧੂ ਇੱਕਮਾਤਰ ਫੈਕਟਰ ਰਹੂਗਾ ਇਹਨਾਂ 23 ਸੀਟਾਂ ਤੇ, ਔਰ ਵੱਡਾ ਫੈਕਟਰ ਰਹੂਗਾ। ਬਿਲਕੁਲ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬੇਅਦਬੀ ਮਾਮਲਾ ਹੋਵੇ, ਨਵਜੋਤ ਸਿੰਘ ਸਿੱਧੂ ਹੋਣ, ਜਾਂ ਫਿਰ ਪੰਜਾਬ ਦੇ ਹੋਰ ਵੱਡੇ ਮਸਲੇ, ਖਾਸ ਤੌਰ ਦੇ ਉੱਤੇ ਕਿਸਾਨੀ ਅੰਦੋਲਨ ਹੋਵੇ, ਇਹ 3 ਮਸਲੇ ਹੋਣਗੇ ਜਿਨ੍ਹਾਂ ਦੇ ਦੁਆਲੇ ਪੰਜਾਬ ਦੀ ਸਿਆਸਤ ਘੁੰਮਣੀ ਹੈ ਤੇ ਇਹ ਤਿੰਨੇ ਮਸਲੇ ਪੰਜਾਬ ਦੇ ਵਿੱਚ 2022 ਦੀ ਸਰਕਾਰ ਲੈ ਕੇ ਆਉਣਗੇ। ਸੋ ਵੇਖਦੇ ਹਾਂ ਕਿ ਇਹਨਾਂ ਤਿੰਨਾਂ ਮਸਲਿਆਂ ਦੇ ਉੱਤੇ ਕੌਣ ਖਰਾ ਉਤਰਦਾ ਹੈ ਤੇ ਕਿਹੜੇ ਧੜੇ ਨੂੰ ਸਭ ਤੋਂ ਵੱਧ ਜਿਹੜੀ ਵੋਟਿੰਗ ਪੰਜਾਬ ਦੀ ਜਨਤਾ ਦਿੰਦੀ ਹੈ ਤੇ ਨਵੀਂ ਸਰਕਾਰ ਬਣਦੀ ਹੈ। ਸੋ ਫਿਲਹਾਲ ਦੇ ਪ੍ਰੋਗਰਾਮ ਦੇ ਵਿੱਚ ਇਜਾਜ਼ਤ ਲਵਾਂਗੇ, ਫਿਰ ਇੱਕ ਨਵਾਂ ਪ੍ਰੋਗਰਾਮ ਲੈ ਕੇ ਨਵੇਂ ਕੱਪੜ ਛਾਣ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਔਰ ਗਗਨ ਮੈਂ ਇਹ ਵੀ ਜ਼ਰੂਰ ਚਾਹੂੰਗਾ ਕਿ ਜਾਂਦੇ ਜਾਂਦੇ ਅਗਰ ਕੋਈ ਖਾਸ ਪੋਲੀਟੀਕਲ ਬਿਆਨ ਨੇ ਤਾਂ ਇਸ ਪ੍ਰੋਗਰਾਮ ਦੇ ਅਖੀਰ 'ਚ ਉਹ ਵੀ ਜ਼ਰੂਰ ਸੁਣਾ ਦਿਓ। ਬਹੁਤ ਬਹੁਤ ਧੰਨਵਾਦ।